सत श्री अकाल बेटा। मैं शहनाज सिद्धू सरकारी हाई स्कूल गिद्दड़ बठिंडा तो 10वीं जमात की कहानी कुल्फी लैके तुहाडे सामने है। ये कुल्फी कहानी बेटा सुजान सिंह की लिखी हुई है। सुजान सिंह का जन्म 1909 ईस्वी विच होया। ਉਹ ਹਲੇ 11 ਸਾਲ ਦੇ ਹੀ ਸੀ। ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤਾਂ ਉਸ ਸਮੇਂ ਉਹਨਾਂ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖਣੀ ਸੀ ਤੇ ਨਾਲ ਦੇ ਨਾਲ ਆਪਣਾ ਰੋਜ਼ਗਾਰ ਹੈ ਜਿਹੜਾ ਉਹ ਵੀ ਲੱਭਣਾ ਸੀ। ਇਸ ਲਈ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਔਖਿਆਈਆਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰਨੀ ਪਈ ਪਰ ਉਹਨਾਂ ਨੇ ਵਿੱਦਿਆ ਵੀ ਆਪਣੀ ਪ੍ਰਾਪਤ ਕੀਤੀ ਬੇਟਾ ਤੇ ਕਾਲਜ ਦੇ ਵਿੱਚ ਪ੍ਰਿੰਸੀਪਲ ਦੀ ਨੌਕਰੀ ਵੀ ਪ੍ਰਾਪਤ ਕੀਤੀ। ਯਾਨੀ ਕਿ ਔਖਿਆਈਆਂ ਵਿੱਚੋਂ ਨਿਕਲ ਕੇ ਵੀ ਉਹਨਾਂ ਨੇ ਸਫਲਤਾ ਹਾਸਲ ਕੀਤੀ। ਇਹ ਵੱਖਰੀ ਗੱਲ ਹੈ ਵੀ ਉਹਨਾਂ ਦੀ ਆਰਥਿਕ ਹਾਲਤ ਹੈ ਜਿਹੜੀ ਬਹੁਤੀ ਚੰਗੀ ਨਹੀਂ ਸੀ, ਗਰੀਬੀ ਦੇ ਵਿੱਚੋਂ ਲੰਘੇ। ਉਹਦਾ ਅੱਗੇ ਜਿਹੜਾ ਹੈ ਪ੍ਰਭਾਵ ਉਹਨਾਂ ਦੀਆਂ ਰਚਨਾਵਾਂ ਤੇ ਸਾਫ਼ ਦਿਖਾਈ ਦਿੰਦਾ ਸਾਨੂੰ। ਉਹਨਾਂ ਨੇ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ, ਕਹਾਣੀਆਂ ਦੀਆਂ ਕਿਤਾਬਾਂ, ਕਹਾਣੀ ਸੰਗ੍ਰਹਿ ਉਹਨਾਂ ਦੇ ਕਾਫੀ ਗਿਣਤੀ ਦੇ ਵਿੱਚ ਛਪੇ। ਉਹਨਾਂ ਦੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਹੀ ਜਿਹੜਾ ਨਿਮਨ ਵਰਗ ਹੈ, ਗਰੀਬ ਵਰਗ, ਉਹਨਾਂ ਦੀਆਂ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਹੈ ਜਿਹੜੀਆਂ, ਉਹਨਾਂ ਦਾ ਹੀ ਵਰਣਨ ਮਿਲਦਾ। ਸ਼ਹਿਰ ਤੇ ਗ੍ਰਾਂ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਹੈ ਜਿਸ ਨੂੰ ਸਾਹਿਤ ਅਕਾਦਮੀ ਵੱਲੋਂ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਇਹ ਕੁਲਫੀ ਵੀ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਹੈ ਜਿਹਦੇ ਵਿੱਚ ਇਹ ਕੁਲਫੀ ਨਾਂ ਦੀ ਕਹਾਣੀ ਹੈ ਜਿਹੜੀ ਉਹ ਸ਼ਾਮਿਲ ਕੀਤੀ ਗਈ ਹੈ। ਆਪਾਂ ਹੁਣ ਇਸ ਕਹਾਣੀ ਬਾਰੇ ਗੱਲ ਕਰਦੇ ਹਾਂ ਬੇਟੇ। ਇਹ ਕਹਾਣੀ ਵਿੱਚ ਲੇਖਕ ਹੈ ਜਿਹੜਾ ਉਹ ਆਪਣੇ ਜੀਵਨ ਦੀ ਕਹਾਣੀ ਜਾਂ ਜੀਵਨ ਦੀ ਘਟਨਾ ਹੈ ਜਿਹੜੀ ਉਹ ਬਿਆਨ ਕਰਦਾ ਹੈ। ਇਹਦੇ ਵਿੱਚ ਉਹ ਆਪ ਹੀ ਪਾਤਰ ਹੈ। ਉਹ ਦੱਸਦਾ ਹੈ ਕਿ ਜੂਨ ਮਹੀਨੇ ਦਾ ਗਰਮੀਆਂ ਦਾ ਦਿਨ ਸੀ। ਮੈਂ ਸੁੱਤਾ ਪਿਆ ਸੀ ਤਾਂ ਸੁੱਤੇ ਪਏ ਨੂੰ ਆ ਕੇ ਮੇਰਾ ਬੱਚਾ ਹੈ ਜਿਹੜਾ ਉਹ ਆ ਕੇ ਮੈਨੂੰ ਉਠਾਉਂਦਾ ਹੈ ਕਿਉਂਕਿ ਉਹਨੂੰ ਗਲੀ ਦੇ ਵਿੱਚ ਹੋਕਾ ਸੁਣਾਈ ਦਿੰਦਾ, ਮੁਰਮਰੇ ਵੇਚਣ ਵਾਲਾ ਆਇਆ ਤੇ ਉਹਨੇ ਮੁਰਮਰਾ ਲੈਣਾ। ਹੁਣ ਬੇਟਾ ਇੱਥੇ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲੇਖਕ ਦਾ ਜਨਮ 1909 ਚ ਹੋਇਆ ਸੀ ਤਾਂ ਇਹ ਕਹਾਣੀ ਲਗਭਗ 80-85 ਸਾਲ ਪਹਿਲਾਂ ਦੀ ਲਿਖੀ ਹੋਈ ਹੈ। ਤਾਂ ਅੱਜ ਦੇ ਸਮੇਂ ਨਾਲੋਂ ਹਟ ਕੇ ਆਪਾਂ ਉਸ ਸਮੇਂ ਦੇ ਸੰਦਰਭ 'ਚ ਇਸ ਕਹਾਣੀ ਨੂੰ ਸਮਝਣਾ ਹੈ। ਹੁਣ ਲੇਖਕ ਹੈ ਜਿਹੜਾ ਉਹਦੀ ਕੋਈ ਬਹੁਤੀ ਵੱਡੀ ਨੌਕਰੀ ਨਹੀਂ, ਇਹ ਕਹਾਣੀ ਦੇ ਵਿੱਚ ਹੀ ਉਹ ਦੱਸਦਾ ਹੈ, ਕੋਈ ਬਹੁਤੀ ਤਨਖਾਹ ਨਹੀਂ ਉਹਦੀ। ਅੱਜ 26 ਤਰੀਕ ਹੈ, ਉਹ ਕਹਿੰਦਾ 26 ਤਰੀਕ ਦਾ ਮਤਲਬ ਮੇਰੇ ਵਰਗਾ ਜਿਹੜਾ ਹੈ ਛੋਟੀ ਨੌਕਰੀ ਕਰਨ ਵਾਲਾ, ਉਹਦੇ ਲਈ ਇਹ ਹੈ ਵੀ ਸਾਰੇ ਪੈਸੇ ਹੈ ਜਿਹੜੇ ਉਹ ਖਤਮ ਹੋ ਚੁੱਕੇ ਹੈ। ਹੁਣ ਅਗਲੀ ਤਨਖਾਹ ਜਿਹੜੀ ਉਹ 1 ਤਰੀਕ ਨੂੰ ਆਉਣੀ ਹੈ। ਹੁਣ ਮੇਰੇ ਘਰ ਦਾ ਗੁਜ਼ਾਰਾ ਜਿਹੜਾ ਬੜਾ ਮੁਸ਼ਕਿਲ ਚੱਲ ਰਿਹਾ ਹੈ। ਲੋਕਾਂ ਤੋਂ ਉਧਾਰ ਲੈ ਕੇ ਮੈਂ ਆਪਣਾ ਸਮਾਂ ਜਿਹੜਾ ਉਹ ਲੰਘਾ ਰਿਹਾ। ਤਾਂ ਇਹੋ ਜਿਹੇ ਸਮੇਂ ਦੇ ਵਿੱਚ ਬੱਚਾ ਹੈ ਜਿਹੜਾ ਉਹ ਮੁਰਮਰੇ ਦੀ ਮੰਗ ਕਰਦਾ ਹੈ। ਬਾਹਰ ਗਲੀ ਦੇ ਵਿੱਚ ਵੇਚਣ ਵਾਲਾ ਆਇਆ ਉਹਦੀ ਆਵਾਜ਼ ਸੁਣ ਕੇ, ਪਰ ਲੇਖਕ ਕੋਲ ਪੈਸੇ ਨਹੀਂ, ਇਸ ਕਰਕੇ ਉਹ ਉਹਨੂੰ ਕੁਛ ਲੈ ਕੇ ਦੇ ਨਹੀਂ ਸਕਦਾ। ਤਾਂ ਉਹ ਉਹਨੂੰ ਟਾਲਣ ਲਈ ਕਹਿੰਦਾ ਕਿ ਮੁਰਮਰਾ ਨਹੀਂ ਖਾਈਦਾ, ਮੁਰਮਰਾ ਗੰਦਾ ਹੁੰਦਾ, ਨਾਲੇ ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ। ਤਾਂ ਲੇਖਕ ਕਹਿੰਦਾ, ਜਿਹੜਾ ਕਾਕਾ ਹੈ ਉਹ ਕਹਿੰਦਾ ਕੋਈ ਮੁਰਮਰੇ ਨਾਲ ਖੰਘ ਖੁੰਘ ਨਹੀਂ ਲੱਗਦੀ, ਤੁਸੀਂ ਮੈਨੂੰ ਟਕਾ ਦਿਓ। ਯਾਨੀ ਕਿ ਬੱਚਾ ਹੈ ਜਿਹੜਾ ਉਹ ਆਪਦੀ ਲੋੜ ਪੂਰੀ ਕਰਨਾ ਚਾਹੁੰਦਾ ਹੈ। ਛੋਟਾ ਹੋਣ ਕਰਕੇ ਉਹਨੂੰ ਆਪਣੇ ਜਿਹੜਾ ਪਿਤਾ ਹੈ ਉਹਦੀਆਂ ਤਕਲੀਫਾਂ ਦਾ ਨਹੀਂ ਪਤਾ ਕਿ ਉਹਦੇ ਕੋਲ ਪੈਸੇ ਹੈ ਜਾਂ ਨਹੀਂ ਹੈ। ਹੁਣ ਪਿਤਾ ਹੈ ਜਿਹੜਾ ਉਹਨੂੰ ਦੁਬਾਰਾ ਟਾਲਣ ਦੇ ਲਈ ਕਹਿ ਦਿੰਦਾ ਵੀ ਮੈਂ ਫਿਰ ਆਪਾਂ ਕੁਲਫੀ ਖਾਵਾਂਗੇ, ਤੂੰ ਰਹਿਣ ਦੇ ਮੁਰਮਰੇ ਨੂੰ। ਤੇ ਬੱਚਾ ਹੈ ਜਿਹੜਾ ਉਹ ਇਸ ਗੱਲ ਤੇ ਮੰਨ ਵੀ ਜਾਂਦਾ। ਹੁਣ ਲੇਖਕ ਦਾ ਮਨ ਹੈ ਜਿਹੜਾ ਉਹ ਸੋਚਾਂ ਦੇ ਵਿੱਚ ਡੁੱਬ ਜਾਂਦਾ ਹੈ। ਉਹ ਬਹੁਤ ਪਰੇਸ਼ਾਨ ਹੈ। ਉਹ ਸੋਚਦਾ ਹੈ ਕਿ ਕਿਸ ਤਰ੍ਹਾਂ ਦਾ ਸਮਾਂ ਆ ਗਿਆ,
ਮੇਰਾ ਪਿਤਾ ਉਹ ਕਹਿੰਦਾ ਮੇਰੇ ਨਾਲੋਂ ਘੱਟ ਪੜ੍ਹਿਆ ਸੀ, ਪਰ ਉਹਦੀ ਨੌਕਰੀ ਚੰਗੀ ਸੀ, ਉਹਨੂੰ ਮੇਰੇ ਨਾਲ ਵੱਧ ਤਨਖਾਹ ਮਿਲਦੀ ਸੀ। ਉਦੋਂ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਇੰਨੇ ਜ਼ਿਆਦਾ ਦਾਣੇ ਆ ਜਾਂਦੇ ਸੀ, ਕਿੰਨੀ ਦੇਰ ਨਹੀਂ ਸੀ ਮੁੱਕਦੇ। ਘੱਟ ਪੈਸਿਆਂ ਦੇ ਵਿੱਚ ਹੀ ਜ਼ਿੰਦਗੀ ਕਿੰਨੀ ਸੌਖੀ ਲੰਘਦੀ ਸੀ। ਤਾਂ ਨਾਲ ਹੀ ਉਹ ਇਹ ਸੋਚਦਾ ਕਿ ਕਿਉਂ ਨਾ ਮੈਂ ਆਪਦੇ ਮਾਲਕ ਨੂੰ ਕਹਾਂ ਕਿ ਮੇਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ, ਮੇਰੀ ਤਨਖਾਹ ਵਧਾਵੇ। ਪਰ ਨਾਲ ਦੀ ਨਾਲ ਉਹਦਾ ਮਨ ਡਰ ਜਾਂਦਾ ਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਉਹ ਬੇਰੁਜ਼ਗਾਰੀ ਦਾ ਸਮਾਂ। ਜੇ ਮੇਰੇ ਮਾਲਕ ਨੇ ਮੇਰੀ ਨੌਕਰੀ ਤੋਂ ਹੀ ਛੁੱਟੀ ਕਰਤੀ, ਕੋਈ ਹੋਰ ਵਿਅਕਤੀ ਮੇਰੀ ਜਗ੍ਹਾ ਰੱਖ ਲਿਆ ਜਿਹੜਾ ਇਹ ਘੱਟ ਪੈਸੇ ਲੈ ਲਵੇ, ਤਾਂ ਫਿਰ ਮੈਂ ਕੀ ਕਰੂੰਗਾ। ਇਹ ਗੱਲ ਉਹਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ। ਤਾਂ ਉਹ ਸੋਚਦਾ ਵੀ ਨਹੀਂ, ਮੈਂ ਤਨਖਾਹ ਵਧਾਉਣ ਬਾਰੇ ਕੋਈ ਗੱਲ ਨਹੀਂ ਕਰ ਸਕਦਾ, ਮੈਨੂੰ ਨੌਕਰੀ ਤੋਂ ਜਵਾਬ ਮਿਲ ਸਕਦਾ। ਤਾਂ ਪਿਤਾ ਹੈ ਜਿਹੜਾ ਉਹ ਆਪਦੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਨ ਬਾਰੇ ਸੋਚਦਾ ਹੈ। ਉਹਨੂੰ ਵਿੱਚੋਂ ਲੱਗਦਾ ਹੈ ਕਿ ਮੇਰਾ ਬੱਚਾ ਹੈ ਜਿਹੜਾ ਉਹਨੇ ਭੁੱਲ ਹੀ ਜਾਣਾ, ਯਾਦ ਨਹੀਂ ਰਹਿਣਾ ਉਹਨੂੰ। ਪਰ ਨਾਲ ਹੀ ਉਹਨੂੰ ਲੱਗਦਾ ਵੀ ਜੇ ਯਾਦ ਆ ਗਿਆ ਹੁਣ ਮੇਰੇ ਕੋਲ ਕੀ ਜਵਾਬ ਹੋਊ, ਪੈਸੇ ਤਾਂ ਹੈ ਨਹੀਂ ਮੇਰੇ ਕੋਲੇ, ਕੁਲਫੀ ਤਾਂ ਉਹਨੂੰ ਮੈਂ ਲੈ ਕੇ ਨਹੀਂ ਦੇ ਸਕਦਾ। ਤਾਂ ਉਹ ਸਿਖਰ ਦੁਪਹਿਰੇ ਬਾਹਰ ਗਲੀਆਂ ਦੇ ਵਿੱਚ ਬਿਨਾਂ ਗੱਲ ਤੋਂ ਹੀ ਘੁੰਮਣ ਲੱਗ ਜਾਂਦਾ, ਤਾਂ ਜੋ ਆਪਦੇ ਬੱਚੇ ਦੇ ਸਾਹਮਣੇ ਨਾ ਹੋ ਸਕੇ। ਰਾਤ ਨੂੰ ਵੀ ਬਹੁਤ ਦੇਰ ਨਾਲ ਘਰੇ ਵਾਪਸ ਆਉਂਦਾ। ਉਹ ਸੋਚਦਾ ਵੀ ਮੇਰਾ ਬੱਚਾ ਹੁਣ ਤਾਂ ਸੌਂ ਹੀ ਗਿਆ ਹੋਣਾ, ਪਰ ਬੱਚਾ ਹੈ ਜਿਹੜਾ ਉਹ ਸਾਹਮਣੇ ਜਾਗਦਾ ਹੁੰਦਾ। ਤਾਂ ਉਹ ਫਿਰ ਬੱਚੇ ਨੂੰ ਟਾਲ ਦਿੰਦਾ, ਕੋਈ ਨਹੀਂ ਜਾਵਾਂਗੇ ਆਪਾਂ ਕੁਲਫੀ ਖਾਣ। ਹੁਣ ਲੇਖਕ ਹੈ ਜਿਹੜਾ ਉਹਦਾ ਮਨ ਦੇ ਵਿੱਚ ਸ਼ਰਮਿੰਦਗੀ ਦੀਆਂ ਭਾਵਨਾਵਾਂ ਜ਼ਿਆਦਾ ਪੈਦਾ ਹੁੰਦੀਆਂ ਕਿ ਇੰਨੀ ਛੋਟੀ ਜਿਹੀ ਮੰਗ ਹੈ ਮੇਰੇ ਬੱਚੇ ਦੀ, ਵੀ ਮੇਰੇ ਆਰਥਿਕ ਹਾਲਤ ਕਿੰਨੀ ਜ਼ਿਆਦਾ ਮਾੜੀ ਹੈ ਵੀ ਮੈਂ ਇੰਨੀ ਛੋਟੀ ਜਿਹੀ ਉਹਦੀ ਮੰਗ ਵੀ ਪੂਰੀ ਨਹੀਂ ਕਰ ਸਕਦਾ। ਤਾਂ ਫਿਰ ਉਹ ਸੋਚਦਾ ਵੀ ਮੈਂ ਆਪਣੇ ਕਿਸੇ ਦੋਸਤ ਕੋਲੋਂ ਹੀ ਕੋਈ ਪੈਸੇ ਮੰਗ ਕੇ ਲਿਆਵਾਂ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਉਹਨੂੰ 3 ਰੁਪਏ ਮਿਲ ਜਾਂਦੇ ਆ। ਘਰੇ ਲੈ ਕੇ ਆਉਂਦਾ ਹੈ, ਉਹ ਆਪਦੀ ਪਤਨੀ ਨੂੰ ਦੱਸਦਾ ਵੀ ਮੈਂ ਕਾਕੇ ਨੂੰ ਕੁਲਫੀ ਖਵਾਉਣੀ ਹੈ। ਪਰ ਉਸਨੂੰ ਉਹਦੀ ਜਿਹੜੀ ਪਤਨੀ ਹੈ ਉਹਨੂੰ ਘਰ ਦੀਆਂ ਹੋਰ ਲੋੜਾਂ ਦਾ ਫਿਕਰ ਹੁੰਦਾ ਵੀ ਸ਼ਾਮ ਨੂੰ ਖਾਣ ਦੇ ਲਈ ਘਰ ਦੇ ਵਿੱਚ ਤੇਲ ਨਹੀਂ, ਆਟਾ ਨਹੀਂ, ਬਾਲਣ ਨਹੀਂ। ਤਾਂ ਉਹਨੂੰ ਇਉਂ ਲੱਗਦਾ ਵੀ ਕੁਲਫੀ ਦੇ ਤਾਂ ਪੈਸੇ ਫਜ਼ੂਲ ਖਰਚ ਕਰਨੇ ਆ, ਜਦੋਂ ਢਿੱਡ ਹੀ ਖਾਲੀ ਹੋਇਆ ਫਿਰ ਕੁਲਫੀ ਤੋਂ ਕੀ ਕਰਾਉਣਾ। ਤਾਂ ਉਹ ਆਪਦੇ ਪਤੀ ਨੂੰ ਕਹਿੰਦੀ ਹੈ ਕੋਈ ਨਹੀਂ, ਮੈਂ ਉਹਨੂੰ ਮੁਰਮਰੇ ਤੇ ਮਨਾ ਲੂੰਗੀ। ਤਾਂ ਉਹਨਾਂ 3 ਰੁਪਈਆਂ ਦਾ ਉਹ ਸ਼ਾਮ ਦਾ ਗੁਜ਼ਾਰਾ ਕਰਨ ਦੇ ਲਈ ਆਪਦੀਆਂ ਚੀਜ਼ਾਂ ਵਸਤਾਂ ਜਿਹੜੀਆਂ ਉਹ ਲੈ ਆਉਂਦੀ ਹੈ। ਹੁਣ ਲੇਖਕ ਹੈ ਜਿਹੜਾ ਉਹ ਤੇ ਉਹਦੀ ਪਤਨੀ ਹੈ ਜਿਹੜੀ ਜਦੋਂ ਕਾਕੇ ਨੂੰ ਕਹਿੰਦੇ ਆ ਵੀ ਤੈਨੂੰ ਮੁਰਮਰਾ ਲੈ ਦਿੰਨੇ ਆ, ਹੁਣ ਉਹ ਮੁਰਮਰੇ ਤੇ ਮੰਨਦਾ ਨਹੀਂ। ਬੱਚਾ ਹੈ, ਉਹ ਜਿੱਦ ਪਿਆ, ਉਹ ਕਹਿੰਦਾ ਮੈਂ ਤਾਂ ਕੁਲਫੀ ਖਾਣੀ ਹੈ, ਜਿਹਦੇ ਨਾਲ ਘਰ ਦੇ ਵਿੱਚ ਫਿਰ ਚੀਕ ਝਾੜਾ ਪੈਂਦਾ। ਪਰ ਅਚਾਨਕ ਹੀ ਜਿਹੜਾ ਉਹ ਬੱਚਾ ਹੈ ਉਹ ਚੁੱਪ ਕਰ ਜਾਂਦਾ। ਅਸਲ ਦੇ ਵਿੱਚ ਉਹ ਆਪਦੇ ਮਨ ਦੇ ਵਿੱਚ ਇਹ ਸਮਝ ਜਾਂਦਾ ਵੀ ਮੇਰੇ ਮਾਂ-ਬਾਪ ਹੁਣ ਮੈਨੂੰ ਕੁਲਫੀ ਨਹੀਂ ਲੈ ਕੇ ਦੇਣਗੇ ਜਾਂ ਉਹ ਲੈ ਕੇ ਨਹੀਂ ਦੇ ਸਕਦੇ। ਭਾਵੇਂ ਲੇਖਕ ਹੈ ਜਿਹੜਾ ਉਹ ਬਹੁਤ ਪਰੇਸ਼ਾਨੀ ਦੇ ਵਿੱਚ ਹੈ, ਪਰ ਘਰ ਦੇ ਵਿੱਚ ਚੁੱਪਚਾਪ ਰਹਿੰਦੀ ਹੈ, ਸ਼ਾਂਤੀ ਰਹਿੰਦੀ ਹੈ ਇਸ ਗੱਲ ਤੇ। ਅਚਾਨਕ ਹੀ ਸ਼ਾਮ ਨੂੰ ਫਿਰ ਬਾਹਰ ਕੁਲਫੀ ਵਾਲਾ ਆ ਜਾਂਦਾ। ਗਲੀ ਦੇ ਵਿੱਚ ਉਹਦੀ ਆਵਾਜ਼ ਸੁਣਦੀ ਹੈ, ਕੁਲਫੀ ਲੈ ਲਓ ਕੁਲਫੀ। ਹੁਣ ਲੇਖਕ ਨੂੰ ਲੱਗਦਾ ਵੀ ਕਾਕਾ ਹੈ ਜਿਹੜਾ ਉਹ ਫਿਰ ਕੁਲਫੀ ਦੀ ਮੰਗ ਕਰੂ, ਪਰ ਉਹਦੀ ਉਮੀਦ ਤੋਂ ਉਲਟ ਉਸਦਾ ਬੱਚਾ ਉਹ ਤੋਂ ਕਿਸੇ ਕੁਲਫੀ ਦੀ ਮੰਗ ਨਹੀਂ ਕਰਦਾ। ਚੁੱਪਚਾਪ ਉਹ ਦਰਵਾਜ਼ੇ 'ਚ ਜਾ ਕੇ ਦੇਖਦਾ ਕੁਲਫੀ ਵਾਲਾ ਖੜਾ ਹੈ। ਗਲੀ ਦੇ ਵਿੱਚ ਰਹਿੰਦਾ ਅਮੀਰ ਵਿਅਕਤੀ ਹੈ ਸ਼ਾਹ, ਉਹਦਾ ਮੁੰਡਾ ਉਹ ਤੋਂ ਕੁਲਫੀ ਖਰੀਦ ਰਿਹਾ। ਕਾਕੇ ਨੂੰ ਪਤਾ ਨਹੀਂ ਕੀ ਹੋ ਜਾਂਦਾ, ਉਹਦੇ ਹੱਥ ਦੇ ਵਿੱਚੋਂ ਕੁਲਫੀ ਲੈ ਕੇ ਸੁੱਟ ਦਿੰਦਾ, ਨਾਲੇ ਸ਼ਾਹਾਂ ਦੇ ਮੁੰਡੇ ਨੂੰ ਧੱਕਾ ਮਾਰਦਾ, ਉਹ ਵੀ ਡਿੱਗ ਪੈਂਦਾ। ਕੁਲਫੀ ਵਾਲਾ ਵੀ ਇਹ ਸਾਰਾ ਕੁਝ ਦੇਖ ਕੇ ਹੈਰਾਨ ਹੈ। ਉਹ ਕਾਕੇ ਵੱਲ ਆਉਂਦਾ ਹੈ ਤਾਂ ਲੇਖਕ ਆਪਦੇ ਬੱਚੇ ਨੂੰ ਚੱਕ ਲੈਂਦਾ। ਉਸ ਤੋਂ ਬਾਅਦ
ਸ਼ਾਹ ਦੀ ਪਤਨੀ ਹੈ ਜਿਹੜੀ, ਉਹ ਲੇਖਕ ਦੇ ਘਰੋਂ ਲਾਂਭਾ ਲੈ ਕੇ ਆਉਂਦੀ ਹੈ ਕਿ ਬਿਨਾਂ ਗੱਲ ਤੋਂ ਮੇਰਾ ਬੱਚਾ ਹੈ ਜਿਹੜਾ ਉਸਨੂੰ ਤੁਹਾਡੇ ਮੁੰਡੇ ਨੇ ਸੁੱਟਤਾ, ਉਹਦੀ ਕੁਲਫੀ ਵੀ ਥੱਲੇ ਸੁਟਾਤੀ। ਹੁਣ ਲੇਖਕ ਦੀ ਪਤਨੀ ਹੈ ਜਿਹੜੀ, ਉਸਨੂੰ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਕਿ ਮੇਰਾ ਬੱਚਾ ਤਾਂ ਹਜੇ ਹੈ ਹੀ ਬਹੁਤ ਛੋਟਾ, ਇੰਨਾ ਛੋਟਾ ਬੱਚਾ ਹੀ ਉਹ ਲਾਂਭੇ ਲੈਣ ਲੱਗ ਪਿਆ। ਤਾਂ ਉਹਨੂੰ ਚਪੇੜ ਲੈ ਕੇ ਉਹਦੇ ਵੱਲ ਆਉਂਦੀ ਹੈ ਉਹ। ਤਾਂ ਲੇਖਕ ਹੈ ਜਿਹੜਾ ਇੱਥੇ ਆਪਣੀ ਪਤਨੀ ਨੂੰ ਰੋਕਦਾ ਹੋਇਆ ਕਹਿੰਦਾ, ਕੁਝ ਵੰਡ ਛੁਦੈਣੇ, ਅੱਜ ਕਾਇਰ ਪਿਤਾ ਦੇ ਘਰ ਬਹਾਦਰ ਪੁੱਤਰ ਨੇ ਜਨਮ ਲਿਆ। ਹੁਣ ਇਹ ਜਿਹੜੀ ਅਖੀਰ ਤੇ ਸਤਰ ਲੇਖਕ ਬੋਲਦਾ ਹੈ, ਅਸਲ ਦੇ ਵਿੱਚ ਕਹਾਣੀ ਦਾ ਜਿਹੜਾ ਸਾਰਾ ਸਾਰਾਂਸ਼ ਹੈ ਉਹ ਇਸ ਸਤਰ ਦੇ ਵਿੱਚ ਹੀ ਹੈ। ਲੇਖਕ ਹੈ ਜਿਹੜਾ, ਉਹ ਅਸਲ ਦੇ ਵਿੱਚ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਸਾਰੀ ਉਮਰ ਕਾਇਰ ਰਿਹਾ, ਮੈਂ ਆਪਦੀਆਂ ਲੋੜਾਂ ਬਾਰੇ ਆਪਦੇ ਮਾਲਕ ਨੂੰ ਦੱਸ ਨਹੀਂ ਸਕਿਆ ਕਿ ਇੰਨੇ ਪੈਸਿਆਂ 'ਚ ਮੇਰਾ ਗੁਜ਼ਾਰਾ ਨਹੀਂ ਹੁੰਦਾ। ਜਿੰਨੀ ਮੈਂ ਪੜ੍ਹਾਈ ਲਿਖਾਈ ਕੀਤੀ ਹੈ ਉਹਦੇ ਲਈ ਮੈਨੂੰ ਜ਼ਿਆਦਾ ਪੈਸੇ ਮਿਲਣੇ ਚਾਹੀਦੇ ਹੈ, ਜਾਂ ਜਿੰਨਾ ਮੈਂ ਕੰਮ ਕਰਦਾ ਜ਼ਿਆਦਾ ਪੈਸੇ ਮਿਲਣੇ ਚਾਹੀਦੇ ਹੈ, ਪਰ ਮੈਂ ਆਵਾਜ਼ ਨਹੀਂ ਉਠਾ ਸਕਦਾ ਕਿਉਂਕਿ ਮੈਂ ਡਰਪੋਕ ਹੈ ਕਿ ਜੇ ਮੇਰੀ ਨੌਕਰੀ ਬਿਲਕੁਲ ਹੀ ਚਲੀ ਗਈ ਮੇਰਾ ਗੁਜ਼ਾਰਾ ਕਿਵੇਂ ਚੱਲੂ। ਉਹਨੂੰ ਇਉਂ ਮਹਿਸੂਸ ਹੁੰਦਾ ਹੈ ਵੀ ਉਹਦੇ ਪੁੱਤਰ ਨੇ ਜੋ ਇਹ ਕੰਮ ਕੀਤਾ ਹੈ, ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਦਾ ਤੇ ਸਿੱਟਣ ਦਾ, ਉਹਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਆਸ਼ਾ ਦੀ ਕਿਰਨ ਦਿਖਾਈ ਦਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਨਹੀਂ ਹੋਊਗਾ। ਜਿਹੜੇ ਵਿਅਕਤੀ ਦੇ ਹੱਕ ਨੇ ਉਹ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰੂਗਾ, ਸੰਘਰਸ਼ ਕਰਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਯਤਨ ਕਰੂਗਾ, ਤਾਂ ਉਹਨੂੰ ਆਪਣੇ ਹੱਕ ਹੈ ਜਿਹੜੇ ਉਹ ਕਦੇ ਨਾ ਕਦੇ ਮਿਲ ਜਾਣਗੇ। ਸਾਰੀ ਉਮਰ ਉਸਨੂੰ ਇਸੇ ਤਰ੍ਹਾਂ ਮੇਰੀ ਤਰ੍ਹਾਂ ਲਾਚਾਰੀ ਦੇ ਵਿੱਚ, ਬੇਬਸੀ ਦੇ ਵਿੱਚ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਨਹੀਂ ਬਤੀਤ ਕਰਨੀ ਪਊਗੀ। ਆਪਣੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਉਹ ਪੂਰੀਆਂ ਕਰਨ ਦੇ ਲਈ ਬੇਬਸੀ ਹੈ ਜਿਹੜੀ ਉਹਦਾ ਸਾਹਮਣਾ ਨਹੀਂ ਕਰਨਾ ਪਊਗਾ। ਤਾਂ ਇਹ ਕਹਾਣੀ ਸੀ ਬੇਟਾ ਕੁਲਫੀ। ਇਹ ਕਹਾਣੀ ਤੋਂ ਬਾਅਦ ਸਾਨੂੰ ਔਖੇ ਸ਼ਬਦਾਂ ਦੇ ਅਰਥ ਦਿੱਤੇ ਹੋਏ ਆ ਪੁਸਤਕ ਤੇ, ਜੇ ਅਸੀਂ ਉਹ ਪੜ੍ਹ ਲੈਂਦੇ ਹਾਂ ਤਾਂ ਅਸੀਂ ਕਹਾਣੀ ਹੈ ਜਿਹੜੀ ਉਹਨੂੰ ਹੋਰ ਚੰਗੀ ਤਰ੍ਹਾਂ ਨਾਲ ਸਮਝ ਸਕਦੇ ਹਾਂ। ਜੇ ਅਸੀਂ ਇਸ ਕਹਾਣੀ ਦੇ ਅਭਿਆਸ ਵੱਲ ਜਾਈਏ ਤਾਂ ਬੇਟਾ ਪਹਿਲਾ ਪ੍ਰਸ਼ਨ ਇਹੀ ਹੈ ਕਿ ਇਸ ਕਹਾਣੀ ਦਾ ਸਾਰ ਲਿਖੋ। ਸਾਰ ਦੇ ਵਿੱਚ ਅਸੀਂ ਸਾਰੀ ਕਹਾਣੀ ਲਿਖ ਦੇਣੀ ਹੈ, ਯਾਨੀ ਕਿ ਸਾਰੀ ਕਹਾਣੀ ਤੁਸੀਂ ਪਹਿਲਾਂ ਪੜ੍ਹੀ ਉਸ ਕਿਤਾਬ ਤੋਂ, ਹੁਣ ਤੁਸੀਂ ਸੁਣਿਆ ਵੀ ਇਸ ਕਹਾਣੀ ਬਾਰੇ, ਮੈਂ ਤੁਹਾਨੂੰ ਦੱਸਿਆ ਵੀ, ਤਾਂ ਜੋ ਕੁਛ ਤੁਹਾਨੂੰ ਸਮਝ ਆਇਆ ਤੁਸੀਂ ਸ਼ੁਰੂ ਤੋਂ ਅਖੀਰ ਤੱਕ ਉਹ ਸਾਰੀ ਕਹਾਣੀ ਆਪਣੇ ਸ਼ਬਦਾਂ ਦੇ ਵਿੱਚ ਲਿਖ ਦੇਣੀ ਹੈ। ਇਹੀ ਇਸ ਕਹਾਣੀ ਦਾ ਸਾਰ ਹੈ। ਦੂਸਰਾ ਪ੍ਰਸ਼ਨ ਹੈ ਬੇਟਾ, ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ। ਹੁਣ ਬੇਟਾ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀਆਂ ਅੱਖਾਂ ਦੇ ਸਾਹਮਣੇ ਕੁਲਫੀ ਦੀ ਤਸਵੀਰ ਹੈ ਜਿਹੜੀ ਉਹ ਨੱਚਣ ਲੱਗ ਪੈਂਦੀ ਹੈ, ਵੀ ਕੁਲਫੀ ਕਿੰਨੀ ਠੰਡੀ ਠਾਰ ਹੁੰਦੀ ਹੈ, ਕਿੰਨੀ ਸਵਾਦ ਹੁੰਦੀ ਹੈ, ਮਲਾਈਦਾਰ ਹੁੰਦੀ ਹੈ, ਚਿੱਟੇ ਰੰਗ ਦੀ ਹੁੰਦੀ ਹੈ, ਕਿਉਂਕਿ ਲੇਖਕ ਹੈ ਜਿਹੜਾ ਉਹ ਆਪ ਵੀ ਮਿੱਠੇ ਦਾ ਸ਼ੌਕੀਨ ਸੀ। ਪਰ ਸਮੱਸਿਆ ਇਹ ਹੈ ਵੀ ਆਰਥਿਕ ਤੰਗੀ ਕਰਕੇ ਨਾ ਤਾਂ ਉਹ ਆਪ ਕੁਲਫੀ ਖਾ ਸਕਦਾ, ਨਾ ਉਹ ਆਪਦੇ ਬੱਚੇ ਨੂੰ ਲੈ ਕੇ ਦੇ ਸਕਦਾ, ਇਸ ਲਈ ਉਹ ਸਿਰਫ ਕੁਲਫੀ ਬਾਰੇ ਸੋਚਦਾ ਹੀ ਹੈ। ਤੀਸਰਾ ਕੁਐਸਚਨ ਹੈ ਬੇਟਾ, ਤੁਸੀਂ ਤਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁਗਦੀ ਖੰਘ, ਕਾਕੇ ਦੇ ਇਹਨਾਂ ਸ਼ਬਦਾਂ ਤੋਂ ਕੀ ਭਾਵ ਹੈ। ਹੁਣ ਇਹਦੇ ਵਿੱਚ ਬੱਚਾ ਹੈ ਜਿਹੜਾ ਉਹ ਮੁਰਮਰਾ ਖਾਣ ਲਈ ਟਕੇ ਦੀ ਮੰਗ ਕਰਦਾ ਹੈ ਕਿ ਮੈਨੂੰ ਟਕਾ ਦਿਓ, ਮੈਂ ਮੁਰਮਰਾ ਲੈਣਾ। ਪਰ ਲੇਖਕ ਉਹਨੂੰ ਟਾਲਣ ਦੇ ਲਈ ਇਹ ਕਹਿੰਦਾ ਵੀ ਮੁਰਮਰਾ ਖਾਣ ਨਾਲ ਤਾਂ ਖੰਘ ਲੱਗ ਜਾਂਦੀ ਹੈ। ਤਾਂ ਇੱਥੇ ਬੱਚਾ ਜਿਹੜਾ ਉਹ ਜ਼ਿੱਦ ਕਰਦਾ ਹੋਇਆ ਕਹਿੰਦਾ ਮੈਨੂੰ ਨਹੀਂ ਖੰਘ ਖੁੰਘ ਲੱਗਦੀ, ਤੁਸੀਂ ਮੈਨੂੰ ਟਕਾ ਦਿਓ। ਯਾਨੀ ਕਿ ਉਸ ਦੀ ਆਰਥਿਕ ਹਾਲਤ ਤੋਂ, ਆਪਣੇ ਪਿਤਾ ਦੀ ਆਰਥਿਕ ਹਾਲਤ ਤੋਂ ਬੱਚਾ ਜਾਣੂ ਨਹੀਂ ਹੈ। ਅਗਲਾ ਪ੍ਰਸ਼ਨ ਹੈ ਬੇਟਾ, ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉਂ ਕਰਦਾ ਹੈ। ਹੁਣ ਕਹਾਣੀ ਵਿੱਚ ਜਦੋਂ ਲੇਖਕ ਹੈ ਜਿਹੜਾ ਉਹ ਆਪਣੇ ਬੱਚੇ ਦੀ ਮੁਰਮਰਾ ਜਾਂ ਕੁਲਫੀ ਖਾਣ ਦੀ ਜਿੱਦ ਨੂੰ ਪੂਰਾ ਨਹੀਂ ਕਰ ਸਕਦਾ, ਤਾਂ ਉਹ ਆਪਣੇ ਸਮੇਂ ਬਾਰੇ ਸੋਚਣ ਲੱਗ ਜਾਂਦਾ, ਆਪਣੇ ਬਚਪਨ 'ਚ ਚਲਿਆ ਜਾਂਦਾ। ਉਹ ਸੋਚਦਾ ਵੀ ਮੇਰਾ ਪਿਤਾ ਹੈ ਜਿਹੜਾ ਉਹ ਮੇਰੇ ਨਾਲੋਂ ਘੱਟ ਪੜ੍ਹਿਆ ਸੀ, ਪਰ ਮੇਰੇ ਨਾਲੋਂ ਵਧੀਆ ਉਹਦੀ ਕਮਾਈ ਸੀ,
ਮੈਂ ਆਪਣੇ ਪਿਤਾ ਨਾਲੋਂ ਜ਼ਿਆਦਾ ਪੜ੍ਹਿਆ ਪਰ ਬਹੁਤ ਥੋੜ੍ਹੀ ਤਨਖਾਹ ਮੈਨੂੰ ਮਿਲਦੀ ਹੈ। ਕਿਉਂਕਿ ਅੱਜ ਦਾ ਸਮਾਂ ਹੈ ਜਿਹੜਾ ਉਹ ਕਹਿੰਦਾ ਬੇਰੁਜ਼ਗਾਰੀ ਦਾ ਸਮਾਂ ਹੈ। ਅੱਜ ਦੇ ਸਮੇਂ ਦੇ ਵਿੱਚ ਜੇਕਰ ਮੈਂ ਆਪਣੇ ਮਾਲਕ ਨੂੰ ਕਹਿਣਾ ਵੀ ਹੈ ਕਿ ਮੈਨੂੰ ਜ਼ਿਆਦਾ ਪੈਸਿਆਂ ਦੀ ਲੋੜ ਹੈ, ਮੇਰਾ ਗੁਜ਼ਾਰਾ ਨਹੀਂ ਹੁੰਦਾ, ਤਾਂ ਉਹ ਮੈਨੂੰ ਕੱਢ ਕੇ ਘੱਟ ਪੈਸੇ ਲੈਣ ਵਾਲਾ ਕੋਈ ਹੋਰ ਵਿਅਕਤੀ ਹੈ ਜਿਹੜਾ ਉਸ ਨੂੰ ਰੱਖ ਸਕਦਾ। ਤੇ ਨਾਲ ਹੀ ਜਿਹੜਾ ਹੈ ਲੇਖਕ ਇਹ ਸੋਚਦਾ ਵੀ ਉਦੋਂ ਥੋੜ੍ਹੇ ਜਿਹੇ ਪੈਸਿਆਂ ਦੀਆਂ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਸੀ। ਹੁਣ ਹੈ ਜਿਹੜਾ ਉਹ ਪੈਸੇ ਦੀ ਉਸ ਤਰ੍ਹਾਂ ਦੀ ਕੀਮਤ ਹੀ ਨਹੀਂ ਰਹੀ। ਸਮੇਂ ਦੇ ਬਦਲਣ ਦੇ ਨਾਲ ਪੈਸੇ ਦੀ ਕੀਮਤ ਘਟ ਗਈ, ਤਾਂ ਇਸ ਕਰਕੇ ਉਹ ਦੋਨਾਂ ਸਮਿਆਂ ਦੀ ਤੁਲਨਾ ਕਰਦਾ। ਲੇਖਕ ਮਾਲਕ ਤੋਂ ਤਾਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ? ਹੁਣ ਇੱਕ ਵਾਰ ਤਾਂ ਲੇਖਕ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਮੈਂ ਆਪਣੇ ਮਾਲਕ ਨੂੰ ਕਹਾਂ ਕਿ ਇੰਨੀ ਘੱਟ ਤਨਖਾਹ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ, ਮੈਨੂੰ ਵੱਧ ਤਨਖਾਹ ਹੈ ਜਿਹੜੀ ਉਹ ਚਾਹੀਦੀ ਹੈ, ਮੇਰੀ ਤਨਖਾਹ ਥੋੜ੍ਹੀ ਵਧਾ ਦਿਓ। ਪਰ ਨਾਲ ਦੀ ਨਾਲ ਉਹਦੇ ਮਨ ਦੇ ਵਿੱਚ ਦੂਸਰੀ ਗੱਲ ਆ ਜਾਂਦੀ ਹੈ ਕਿ ਜੇ ਮਾਲਕ ਨੇ ਮੇਰੀ ਜਗ੍ਹਾ ਕੋਈ ਹੋਰ ਵਿਅਕਤੀ ਰੱਖ ਲਿਆ ਘੱਟ ਪੈਸੇ ਲੈ ਕੇ ਕੰਮ ਕਰਨ ਵਾਲਾ, ਤਾਂ ਜਿੰਨੇ ਪੈਸੇ ਮੈਨੂੰ ਮਿਲਦੇ ਆ ਮੈਂ ਉਹਨਾਂ ਤੋਂ ਵੀ ਜਾਊਂ, ਫਿਰ ਮੇਰਾ ਗੁਜ਼ਾਰਾ ਕਿਵੇਂ ਹੋ? ਇਸ ਕਰਕੇ ਉਹ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਰਦਾ। ਅਗਲਾ ਕੁਐਸਚਨ ਹੈ, ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹਣ ਤੇ ਕਾਕੇ ਦੇ ਮਾਪਿਆਂ ਦੀ ਕੀ ਪ੍ਰਤੀਕਿਰਿਆ ਸੀ? ਯਾਨੀ ਕਿ ਜਦੋਂ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੋਹ ਲਈ ਕਾਕੇ ਨੇ, ਤਾਂ ਕਾਕੇ ਦੇ ਮਾਪਿਓ ਯਾਨੀ ਕਿ ਲੇਖਕ ਤੇ ਉਹਦੀ ਪਤਨੀ ਹੈ ਜਿਹੜੇ ਉਹ ਕੀ ਕਹਿੰਦੇ ਆ, ਕੀ ਕਰਦੇ ਆ? ਹੁਣ ਲੇਖਕ ਦੀ ਪਤਨੀ ਹੈ ਜਿਹੜੀ ਉਹ ਤਾਂ ਇਸ ਗੱਲ ਤੇ ਬਹੁਤ ਨਾਰਾਜ਼ ਹੁੰਦੀ ਹੈ। ਉਹਨੂੰ ਇਹ ਬਹੁਤ ਬੁਰਾ ਲੱਗਦਾ ਕਿ ਮੇਰਾ ਬੱਚਾ ਹਲੇ ਇੰਨਾ ਛੋਟਾ ਹੈ ਤੇ ਦੂਸਰੇ ਜਿਹੜੇ ਲੋਕ ਆ ਉਹਦਾ ਉਲਾਂਭਾ ਲੈ ਕੇ ਮੇਰੇ ਘਰ ਆਉਣ ਲੱਗ ਪਏ, ਤਾਂ ਉਹਨੂੰ ਇਸ ਗੱਲ ਤੇ ਬੜੀ ਨਮੋਸ਼ੀ ਮਹਿਸੂਸ ਹੁੰਦੀ ਹੈ। ਇਸ ਲਈ ਉਹ ਚਪੇੜ ਲੈ ਕੇ ਆਪਣੇ ਬੱਚੇ ਵੱਲ ਜਾਂਦੀ ਹੈ। ਪਰ ਲੇਖਕ ਹੈ ਜਿਹੜਾ ਉਹ ਇਸ ਗੱਲ ਤੇ ਕਾਫੀ ਤਸੱਲੀ ਮਹਿਸੂਸ ਕਰਦਾ, ਕਿਉਂਕਿ ਉਹਨੂੰ ਇਉਂ ਲੱਗਦਾ ਕਿ ਉਹ ਬਹੁਤ ਡਰਪੋਕ ਹੈ, ਕਾਇਰ ਹੈ, ਪਰ ਉਸਦੇ ਬੱਚੇ ਦੇ ਵਿੱਚ ਬਹਾਦਰੀ ਦੇ ਅੰਸ਼ ਹੈ। ਉਹ ਆਪਣੇ ਹੱਕਾਂ ਲਈ ਆਪ ਅੱਜ ਤੱਕ ਬੋਲ ਨਹੀਂ ਸਕਿਆ, ਪਰ ਉਹਦਾ ਬੱਚਾ ਜ਼ਰੂਰ ਆਪਦੇ ਹੱਕਾਂ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰੂਗਾ। ਅਗਲਾ ਕੁਐਸਚਨ ਹੈ, ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ? ਹੁਣ ਕਾਕਾ ਹੈ ਜਿਹੜਾ ਉਹਦੇ ਮਨ ਦੇ ਉੱਤੇ ਸੋਚ ਭਾਰੂ ਸੀ ਕਿ ਉਹਨੇ ਕੁਲਫੀ ਖਾਣੀ ਹੈ। ਉਹਦੇ ਬਹੁਤ ਜਿੱਦ ਕਰਨ ਤੋਂ ਬਾਅਦ ਵੀ ਕੁਲਫੀ ਉਹਨੂੰ ਮਿਲ ਨਹੀਂ ਸੀ ਰਹੀ, ਕਿਉਂਕਿ ਉਹਦੇ ਪਿਤਾ ਜਿਹੜਾ ਉਹਦੇ ਕੋਲ ਪੈਸੇ ਨਹੀਂ ਸੀ, ਉਹਦੀ ਆਰਥਿਕ ਹਾਲਤ ਬਹੁਤ ਮਾੜੀ ਸੀ। ਉਹ ਕੁਲਫੀ ਉਹਨੂੰ ਲੈ ਕੇ ਦੇ ਨਹੀਂ ਸੀ ਸਕਦਾ। ਉਹਨੂੰ ਹਰ ਰੋਜ਼ ਉਹ ਲਾਰੇ ਲਾ ਰਿਹਾ ਸੀ। ਕਾਕਾ ਜਿਹੜਾ ਉਹ ਬੱਚਾ ਹੋਣ ਕਰਕੇ ਆਪਣੀ ਇਸ ਭਾਵਨਾ ਤੇ ਕੋਈ ਨਿਯੰਤਰਣ ਨਹੀਂ ਸੀ ਕਰ ਪਾ ਰਿਹਾ, ਤਾਂ ਸੁਪਨੇ ਦੇ ਵਿੱਚ ਵੀ ਉਹਦੇ ਦਿਮਾਗ ਦੇ ਵਿੱਚ ਉਹੀ ਗੱਲ ਰਹਿੰਦੀ ਹੈ। ਇਸ ਕਰਕੇ ਉਹ ਸੁਪਨੇ 'ਚ ਕੁਲਫੀ ਕੁਲਫੀ ਬੁੜਬੁੜਾਉਂਦਾ। ਅਗਲਾ ਕੁਐਸਚਨ ਹੈ, ਲੇਖਕ ਇਸ ਕਹਾਣੀ 'ਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ? ਯਾਨੀ ਕਿ ਲੇਖਕ ਹੈ ਜਿਹੜਾ ਉਹ ਆਪਾਂ ਨੂੰ ਕੀ ਕਹਿਣਾ ਚਾਹੁੰਦਾ ਹੈ? ਤੇ ਇਸ ਕਹਾਣੀ 'ਚ ਲੇਖਕ ਦਾ ਇਹੀ ਸੰਦੇਸ਼ ਹੈ ਕਿ ਜੇਕਰ ਇੱਕ ਵਰਗ ਹੈ ਜਿਹੜਾ ਨਿਮਨ ਵਰਗ ਹੈ, ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੱਦੋ-ਜਹਿਦ ਕਰੇ, ਕੋਸ਼ਿਸ਼ ਕਰੇ, ਤਾਂ ਉਹ ਆਪਣੇ ਹੱਕ ਹੈ ਜਿਹੜੇ ਉਹ ਜ਼ਰੂਰ ਪ੍ਰਾਪਤ ਕਰ ਸਕਦਾ। ਉਹਦੇ ਵਿੱਚ ਸਿਰਫ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਮੇਰੇ ਹੱਕ ਹੈ ਜਿਹੜੇ ਉਹ ਮੈਨੂੰ ਮਿਲਣੇ ਚਾਹੀਦੇ ਹੈ, ਤੇ ਜੇਕਰ ਉਹ ਹੱਕ ਕੋਸ਼ਿਸ਼ ਕਰਨ ਤੇ ਵੀ ਨਾ ਮਿਲਣ ਤਾਂ ਉਹਨਾਂ ਨੂੰ ਖੋਇਆ ਵੀ ਜਾ ਸਕਦਾ। ਇਹੀ ਲੇਖਕ ਦਾ ਇਸ ਕਹਾਣੀ ਦੇ ਵਿੱਚ ਸੰਦੇਸ਼ ਹੈ। ਤਾਂ ਇਸ ਸੰਦੇਸ਼ ਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਕਹਾਣੀ ਹੈ ਜਿਹੜੀ ਉਹ ਪੜ੍ਹਨੀ ਹੈ। ਤਾਂ ਇਹ ਕਹਾਣੀ ਸੀ ਜਿਹੜੀ ਇਹ ਗਰੀਬ ਵਰਗ ਦੀਆਂ ਸੋਚਾਂ, ਉਸਦੇ ਮਨ ਦੇ ਵਿੱਚ ਚੱਲ ਰਹੀ ਜਿਹੜੀ ਵਿਚਾਰਧਾਰਾ ਜਾਂ ਉਹਦੀ ਮਾਨਸਿਕਤਾ ਹੈ, ਉਸ ਨੂੰ ਦਰਸਾਉਂਦੀ ਕਹਾਣੀ ਸੀ। ਧੰਨਵਾਦ।